ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ। ਮੈਂ ਕਵਿਤਾ ਸਿੰਘ ਹਾਜ਼ਰ ਤੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟਿਆ ਤੇ ਸਪੈਸ਼ਲੀ ਜੀ ਸਾਡਾ ਅੱਜ ਦਾ ਇਹ ਸ਼ੋਅ ਡੈਡੀਕੇਟ ਰਹੇਗਾ ਸਾਡੇ ਉਹਨਾਂ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਕੈਨੇਡਾ ਦੇ ਵਾਸਤੇ ਅਪਲਾਈ ਕੀਤਾ ਸੀ ਬਟ ਅਨਲਕੀਲੀ ਜੀ ਤੁਹਾਡੇ ਵੀਜ਼ਾਸ ਕਿਸੇ ਵੀ ਕਾਰਨ ਦੇ ਕਰਕੇ ਅਗਰ ਨਹੀਂ ਆਏ ਨੇ ਤਾਂ ਕਿੱਦਾਂ ਹੁਣ ਤੁਹਾਨੂੰ ਦੁਬਾਰਾ ਤੋਂ ਮੌਕਾ ਹੁਣ ਮਿਲੇਗਾ ਜਾਂ ਨਹੀਂ ਮਿਲੇਗਾ ਤੇ ਉਹ ਜਿਹੜੀ ਇੰਪਰੂਵਮੈਂਟ ਸਾਨੂੰ ਕਿਹੜੀਆਂ ਕਰਨ ਦੀ ਜ਼ਰੂਰਤ ਰਹੇਗੀ, ਕਿੱਦਾਂ ਅਸੀਂ ਦੁਬਾਰਾ ਫਾਈਲ ਲਗਾਣੀ ਹੈ ਜੀ। ਤੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟਿਆ ਕਿੱਦਾਂ ਪ੍ਰੋਪਰ ਟੀਮ ਹੈ ਜੀ ਲੈਂਡਮਾਰਕ ਦੀ ਜਿਹੜੀ ਮਦਦ ਕਰਦੀ ਹੈ ਸਾਡੇ ਸਟੂਡੈਂਟਸ ਨੂੰ। ਇਹ ਸਾਰੀਆਂ ਗੱਲਾਂ ਜਾਣਨ ਦੇ ਵਾਸਤੇ ਸਾਡਾ ਇੱਕ ਖਾਸ ਪ੍ਰੋਗਰਾਮ ਤੁਸੀਂ ਜ਼ਰੂਰ ਦੇਖਿਆ ਕਰੋ ਤੇ ਹਰ ਵਾਰ ਅਸੀਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੁੰਨੇ ਆ। ਤੇ ਸਰ ਜੀ ਤੁਸੀਂ ਵੀ ਹਾਜ਼ਰ ਹੋ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਤੇ ਵੈਲਕਮ ਟੂ ਦਿਸ ਸ਼ੋ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਸਰ, ਜਿੱਦਾਂ ਮੈਂ ਕਿਹਾ ਵੀ ਬੜੇ ਸਟੂਡੈਂਟਸ ਇਦਾਂ ਦੇ ਤਾਦਾਦ ਹੈਗੀ ਹੈ ਜਿਹੜੇ ਕਿ ਅਪਲਾਈ ਜਿਹੜੇ ਕਰਦੇ ਨੇ ਬਟ ਉਹਨਾਂ ਦੇ ਵੀਜ਼ਾ ਨਹੀਂ ਆਉਂਦੇ। ਹਾਲਾਂਕਿ ਤੁਸੀਂ ਖੁਦ ਵੀ ਦੇਖਿਆ ਜਿਹੜੇ ਤੁਹਾਡੇ ਆਫਿਸ ਵਿਜ਼ਿਟ ਕਰਦੇ ਨੇ, ਅਸੀਂ ਕਈ ਵਾਰੀ ਦੇਖਿਆ ਵੀ ਜਿਨ੍ਹਾਂ ਦੇ 2 ਜਾਂ 3 ਵਾਰ ਰਿਫਿਊਜ਼ਲ ਆਈ ਸੀ ਉਹਨਾਂ ਨੂੰ ਵੀ ਵੀਜ਼ਾ ਤੁਸੀਂ ਲੈ ਕੇ ਦਿੱਤੇ ਨੇ, ਰਾਈਟ। ਬਟ ਹੁਣ ਸਟੂਡੈਂਟਸ ਜਿਹੜੇ ਰਿਫਿਊਜ਼ਲ ਹੈਗੇ ਨੇ ਉਹ ਦੁਬਾਰਾ ਅਪਲਾਈ ਕਰ ਸਕਣਗੇ? ਬਿਲਕੁਲ ਕਰ ਸਕਣਗੇ। ਪਹਿਲੀ ਗੱਲ ਮੈਂ ਇੱਕ ਹੋਰ ਚੀਜ਼ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹੀ ਸ਼ੋਅ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾਂ ਫਿਰ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ। ਇਸ ਲਈ ਸਾਡਾ ਫੇਸਬੁੱਕ ਪੇਜ ਜ਼ਰੂਰ ਤੁਸੀਂ ਲਾਈਕ ਕਰੋ ਔਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਹ ਸ਼ੋਅ ਜੇ ਤੁਸੀਂ ਮਿਸ ਕਰ ਦੋ ਤਾਂ ਸਾਡੇ YouTube ਪੇਜ ਤੇ ਜਾ ਕੇ ਦੇਖ ਸਕੋ। ਸੋ ਜਿਹੜੇ ਰਿਫਿਊਜ਼ ਸਟੂਡੈਂਟਸ ਹੈ, ਪਹਿਲੀ ਗੱਲ ਤਾਂ ਬਹੁਤ ਸਾਰੇ, ਮੈਂ ਅੱਜ ਕਹਾਂਗਾ ਕਿ ਹਜ਼ਾਰਾਂ ਸਟੂਡੈਂਟ ਇਦਾਂ ਦਾ ਸੀ ਜਿਹੜਾ ਕਿ ਕਿਸੇ ਹੋਰ ਕੰਸਲਟੈਂਟ ਤੋਂ ਰਿਫਿਊਜ਼ ਸੀ ਜੀ। ਅਸੀਂ ਕਹਿ ਸਕਦੇ ਹਾਂ ਕਈ ਵਾਰੀ ਹੋ ਜਾਂਦਾ ਕੋਰਸ ਸਹੀ ਨਹੀਂ ਚੂਜ਼ ਕੀਤਾ, ਕਾਲਜ ਸਹੀ ਨਹੀਂ ਚੂਜ਼ ਕੀਤਾ ਜਾਂ ਫਾਰਮ 'ਚ ਕੋਈ ਗਲਤੀ ਕਰਤੀ, ਇਹਦੇ ਕਰਕੇ ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਗਿਆ। ਜਾਂ SOP ਜਿਹਨੂੰ ਅਸੀਂ ਕਹੀਦਾ ਸਟੇਟਮੈਂਟ ਆਫ ਪਰਪਸ, ਉਹਦੇ ਬਾਰੇ ਸਹੀ ਜਾਣਕਾਰੀ ਨਹੀਂ ਭਰੀ ਗਈ ਤਾਂ ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਗਿਆ। ਸੋ ਰਿਫਿਊਜ਼ਲ ਦੇ ਬਹੁਤ ਸਾਰੇ ਕਾਰਨ ਹੁੰਦੇ ਆ। ਦੇਖੋ ਅੱਜ ਕੱਲ੍ਹ ਤੁਸੀਂ ਪੰਜਾਬ 'ਚ ਅਸੀਂ ਰਹਿੰਦੇ ਆ, 10,000 ਸਾਡੇ ਵੀਰ ਹੈਗੇ ਆ ਜਿਹੜੇ ਇਹੀ ਕੰਮ ਕਰਦੇ ਆ ਸਾਡੇ ਵਾਲਾ ਹੀ, ਤੇ ਇੰਨੀ ਐਡ ਹੋ ਜਾਂਦੀ ਹੈ। ਔਰ ਕਈ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਕਈ ਵਾਰੀ ਅਸੀਂ ਐਡ ਦੇਖ ਕੇ, ਆਕਰਸ਼ਕ ਐਡ ਦੇਖ ਕੇ ਅਸੀਂ ਉੱਦਾਂ ਦੀ ਐਡ 'ਚ ਫਸ ਜਾਂਦੇ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਜਾਂ ਵਿਦਆਊਟ ਆਈਲੈਟਸ ਕੈਨੇਡਾ ਤੁਸੀਂ ਜਾ ਸਕਦੇ ਹੋ, 5.5 ਬੈਂਡ ਤੇ ਕੈਨੇਡਾ ਤੁਸੀਂ ਜਾ ਸਕਦੇ ਹੋ। ਮੈਂ ਇਹਨਾਂ ਸਾਰੀਆਂ ਐਡਾਂ ਦੀ ਨਿੰਦਾ ਕਰਾਂਗਾ ਕਿਉਂਕਿ ਕੈਨੇਡਾ ਦਾ ਜਿਹੜਾ ਸਟੂਡੈਂਟ ਵੀਜ਼ਾ ਹੈਗਾ ਉਹਦੇ 'ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਪਹਿਲਾਂ ਹੀ ਹੁੰਦੇ ਆ। ਕਾਲਜ ਦੀ ਫੀਸ ਪਹਿਲਾਂ ਦੇਣੀ ਪੈਂਦੀ ਹੈ, GIC ਅਕਾਊਂਟ ਪਹਿਲਾਂ ਖੋਲ੍ਹਣਾ ਪੈਂਦਾ ਹੈ ਔਰ ਜਿਹੜਾ ਵੀਜ਼ਾ ਫੀਸ ਹੈਗੀ ਹੈ ਉਹ ਵੀ ਪਹਿਲਾਂ ਦੇਣੀ ਪੈਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਸਲਟੈਂਟ ਆਪਣੀ ਜੇਬ 'ਚੋਂ 10 ਤੋਂ 15 ਲੱਖ ਰੁਪਇਆ ਤੁਹਾਡੇ ਨਾਮ ਤੇ ਜਾਂ ਤੁਹਾਡੇ ਬਿਹਾਫ ਤੇ ਪੇ ਕਰੇਗਾ। ਜੇ ਉਹ ਪੇ ਕਰ ਰਿਹਾ ਤੁਸੀਂ ਰਸੀਦਾਂ ਦੇਖ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਸੋ ਇਹ ਸਾਰੀ ਐਡਵਰਟੀਜ਼ਮੈਂਟ ਦਾ ਹੋ ਜਾਂਦਾ ਹੈ, ਕਈ ਵਾਰੀ ਰੈਫਰੈਂਸ ਦਾ ਹੋ ਜਾਂਦਾ ਹੈ, ਕਈ ਵਾਰੀ ਇੱਦਾਂ ਹੋ ਜਾਂਦਾ ਹੈ ਕਿ ਸਟੂਡੈਂਟ ਕਿਸੇ ਦੀ ਰੈਫਰੈਂਸ ਦੇ ਕੇ ਚੱਲਦਾ ਹੈ ਕਿ ਇੱਥੇ ਕੰਸਲਟੈਂਟ ਕੋ ਜਾ ਕੇ ਆਪਣਾ ਕੇਸ ਲਾ ਦਿੰਦਾ ਔਰ ਮਿਸਗਾਈਡੈਂਸ ਹੋ ਜਾਂਦੀ ਹੈ। ਸੋ ਜਦੋਂ ਮਿਸਗਾਈਡੈਂਸ ਹੋ ਜਾਂਦੀ ਹੈ ਤਾਂ ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਸੋ ਮੇਰੇ ਕੋਲ ਇੱਦਾਂ ਦੇ ਸਟੂਡੈਂਟ ਬਹੁਤ ਸਾਰੇ ਆਏ ਜਿਨ੍ਹਾਂ ਨੇ ਆਈਲੈਟਸ ਨਹੀਂ ਦਿੱਤੀ ਸੀ ਔਰ ਵਿਦਆਊਟ ਆਈਲੈਟਸ ਉਹਨਾਂ ਦਾ ਕੈਨੇਡਾ 'ਚ ਸਟੂਡੈਂਟ ਵੀਜ਼ਾ ਅਪਲਾਈ ਕਰ ਦਿੱਤਾ ਗਿਆ। ਉਹਨਾਂ ਨੂੰ 4 ਵਾਰੀ ਰਿਫਿਊਜ਼ਲ ਮਿਲੀ ਔਰ ਸਟੂਡੈਂਟ ਬ੍ਰਾਈਟ ਸੀ 70% +2 ਵਿੱਚ, ਔਰ ਵਿਦਆਊਟ ਆਈਲੈਟਸ ਉਹਨਾਂ ਨੇ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਪ੍ਰੋਸੀਡ ਕਰਤਾ। ਸੋ ਤੁਸੀਂ ਸੋਚ ਸਕਦੇ ਹੋ ਕਿ ਜਿਹੜੇ 70% ਸੀ ਉਹ ਆਈਲੈਟਸ ਵੀ ਦੇ ਸਕਦਾ ਸੀ, ਬਸ ਨੌਲੇਜ ਜਿਹਨੂੰ ਅਸੀਂ ਕਹਿੰਦੇ ਹਾਂ ਆਕਰਸ਼ਕ ਐਡ, ਇਹ ਦੇਖ ਕੇ ਸਟੂਡੈਂਟ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ। ਸੋ ਮੇਰੀ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਆ ਉਹ ਸਾਰੇ ਵੈਬਸਾਈਟ ਤੇ ਹੈਗੇ ਆ, ਉਹ ਸਾਰੇ ਕੈਨੇਡਾ ਦੀ ਵੈਬਸਾਈਟ, ਕੈਨੇਡਾ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਹੈਗੇ ਆ। ਤੁਸੀਂ ਸਰਚ ਕਰੋ ਆਨਲਾਈਨ, ਤੁਹਾਨੂੰ ਕੀ ਚੀਜ਼ ਚਾਹੀਦੀ ਹੈ ਸਭ ਕੁਝ ਆਨਲਾਈਨ ਹੈਗੀ ਹੈ। ਸੋ ਫਿਰ ਅਸੀਂ ਕਿਉਂ ਮਿਸਗਾਈਡ ਹੁੰਨੇ ਆ ਔਰ ਫਿਰ ਕਿਉਂ ਅਸੀਂ 4 ਵਾਰੀ 5 ਵਾਰੀ ਰਿਫਿਊਜ਼ਲ ਦਾ ਸਾਹਮਣਾ ਕਰਦੇ ਆ। ਸੋ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਜੇ ਤੁਸੀਂ ਕਿਸੇ ਕੰਸਲਟੈਂਟ ਕੋ ਆਪਣਾ ਕੇਸ ਲਾਣਾ ਚਾਹੁੰਦੇ ਹੋ, ਪਹਿਲਾਂ ਤਾਂ ਇਹ ਚੈੱਕ ਕਰੋ ਕਿ ਕਿੰਨੇ ਰਿਫਿਊਜ਼ਡ ਕੇਸਿਸ ਉਸ ਕੰਸਲਟੈਂਟ ਨੇ ਹੈਂਡਲ ਕੀਤੇ ਆ। ਜੇ ਮੈਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਗੱਲ ਕਰਾਂ ਤਾਂ ਹਜ਼ਾਰਾਂ ਦੇ ਤਾਦਾਦ ਨਾਲ ਅਸੀਂ ਰਿਫਿਊਜ਼ਡ ਕੇਸਿਸ ਹੈਂਡਲ ਕੀਤੇ ਆ। ਇੱਕ ਵਾਰੀ ਨਹੀਂ, ਚਾਹੇ ਤੁਹਾਡੀ 6 ਵਾਰੀ 7 ਵਾਰੀ ਰਿਫਿਊਜ਼ਲ ਲੱਗੀ ਹੋਈ ਹੈ, ਉਸ ਤੋਂ ਬਾਅਦ ਵੀ ਲੈਂਡਮਾਰਕ ਇਮੀਗ੍ਰੇਸ਼ਨ ਨੇ ਵੀਜ਼ਾ ਲਵਾ ਕੇ ਦਿੱਤਾ। ਇਹ ਗੱਲ ਨਹੀਂ ਹੁੰਦਾ ਕਿ ਮੈਂ 6 ਵਾਰੀ ਰਿਫਿਊਜ਼ਲ ਵਾਲੇ ਦਾ ਵੀਜ਼ਾ ਲਵਾਤਾ, ਮੈਂ 8 ਵਾਰੀ ਰਿਫਿਊਜ਼ਲ ਵਾਲੇ ਦਾ ਵੀਜ਼ਾ ਲਵਾਤਾ, ਇਹ ਚੀਜ਼ ਮੈਟਰ ਨਹੀਂ ਕਰਦੀ। ਤੁਹਾਡੀ ਪਹਿਲੀ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੱਗ ਸਕਦਾ ਹੈ ਜੇ ਤੁਸੀਂ ਆਪਣੀ ਫਾਈਲ ਢੰਗ ਨਾਲ ਪ੍ਰਿਪੇਅਰ ਕਰੋ ਔਰ ਢੰਗ ਨਾਲ ਪ੍ਰੈਜ਼ੈਂਟ ਕਰੋ। ਸੋ ਸਾਰੀ ਗੱਲ ਹੈਗੀ ਆਪਣੀ ਫਾਈਲ ਪ੍ਰੈਜ਼ੈਂਟ ਕਰਨ ਦੀ। ਤੁਹਾਡੇ ਮਾਰਕਸ ਕਿੰਨੇ ਨੇ, ਤੁਸੀਂ ਸਬਜੈਕਟਸ ਕੀ ਪੜ੍ਹੇ ਸੀ 12ਵੀਂ 'ਚ, ਉਹਨਾਂ ਸਬਜੈਕਟਸ ਦੇ ਬੇਸ ਤੇ ਕੋਰਸ ਕੀ ਮਿਲਿਆ ਮੈਨੂੰ। ਸੋ ਕੋਰਸ ਮਿਲ ਗਿਆ, ਕਾਲਜ ਕਿੱਥੇ ਹੈ, ਕਾਲਜ ਦੀ ਲੋਕੇਸ਼ਨ ਕਿੱਥੇ ਹੈ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ।
ਜੇ ਕੰਸਲਟੈਂਟ ਦੀ ਗੱਲ ਕਰਾਂ ਜਾਂ ਏਜੰਟ ਦੀ ਗੱਲ ਕਰਾਂ, ਅੱਜ ਕੱਲ੍ਹ ਤਾਂ ਤੁਸੀਂ ਕਹਿ ਲਓ ਕਿ ਮੈਂ ਸੋਚਦਾ ਕਿ ਜੇ ਪਿੰਡਾਂ 'ਚ ਵੀ ਗੱਲ ਕਰੀਏ ਤਾਂ ਕੋਈ ਕੋਨੇ ਤੇ ਦੁਕਾਨ ਖੁੱਲੀ ਆ, ਉਹ ਵੀ ਕਹਿੰਦਾ ਮੈਂ ਵੀਜ਼ਾ ਲਵਾ ਦਿੰਦਾ। ਅੱਜ ਕੱਲ੍ਹ ਇਹ ਸਿਸਟਮ ਹੋ ਗਿਆ। ਬਟ ਤੁਸੀਂ ਇੱਦਾਂ ਆਪਣਾ ਵੀਜ਼ਾ ਲਵਾਉਣਾ ਚਾਹੁੰਦੇ ਹੋ, ਆਪਣੀ ਸਾਰੀ ਜ਼ਿੰਦਗੀ ਦੇ ਕਰੀਅਰ ਨਾਲ ਖਿਲਵਾੜ ਕਰਨਾ ਚਾਹੁੰਦੇ ਹੋ, ਬਿਲਕੁਲ ਨਹੀਂ ਕਰਨਾ ਚਾਹੀਦਾ। ਇੱਕ ਬਹੁਤ ਹੀ ਵੱਡਾ ਡਿਸੀਜਨ ਹੈ ਤੁਹਾਡੀ ਲਾਈਫ ਦਾ, ਬਹੁਤ ਹੀ ਇੰਪੋਰਟੈਂਟ ਡਿਸੀਜਨ ਹੈ, ਜਿਹਦੇ ਨਾਲ ਤੁਹਾਡੀ ਪੂਰੀ ਲਾਈਫ ਡਿਪੈਂਡੈਂਟ ਹੈਗੀ ਹੈ। ਅੱਜ ਜੇ ਕੋਈ ਕੰਸਲਟੈਂਟ ਤੁਹਾਡੇ ਤੋਂ ਕੰਸਲਟੈਂਸੀ ਦੇ ਨਾਮ ਤੇ ਲੱਖਾਂ ਰੁਪਈਆ ਚਾਰਜ ਕਰਦਾ, ਚਾਹੇ ਉਹ ਪਹਿਲਾਂ ਕਰਦਾ ਚਾਹੇ ਉਹ ਬਾਅਦ 'ਚ ਕਰਦਾ, ਮੇਰੇ ਹਿਸਾਬ ਨਾਲ ਉਹ ਗਲਤ ਹੈ। ਕੋਈ ਵੀ ਕੰਸਲਟੈਂਟ ਜਿਹੜਾ ਸਹੀ ਤਰੀਕੇ ਕੰਮ ਕਰਦਾ ਹੈ, ਉਹਨੂੰ ਕਮਿਸ਼ਨ ਆਉਂਦੀ ਹੈ, ਕਾਲਜ ਤੋਂ ਕਮਿਸ਼ਨ ਆਉਂਦੀ ਹੈ, ਚਾਹੇ ਉਹ ਜਿੰਨੀ ਵੀ ਆਉਂਦੀ ਹੈ, ਉਹਦੇ ਨਾਲ ਤੁਹਾਨੂੰ ਮਤਲਬ ਨਹੀਂ ਹੋਣਾ ਚਾਹੀਦਾ। ਸੋ ਜੇ ਕੋਈ ਕੰਸਲਟੈਂਟ ਤੁਹਾਨੂੰ ਸਹੀ ਰਾਏ ਦੇਣ ਦੇ 10,000 ਜਾਂ 20,000 ਰੁਪਈਆ ਚਾਰਜ ਕਰਦਾ ਹੈ, ਮੈਂ ਉਹ ਕਹਾਂਗਾ ਕਿ ਬਿਲਕੁਲ ਸਹੀ ਹੈ, ਚਾਹੇ ਉਹ ਬਿਫੋਰ ਵੀਜ਼ਾ ਹੈ ਜਾਂ ਆਫਟਰ ਵੀਜ਼ਾ ਹੈ। ਬਟ ਜੇ ਕੋਈ ਕੰਸਲਟੈਂਟ ਤੁਹਾਨੂੰ ਕਹਿੰਦਾ ਕਿ ਮੈਂ ਆਫਟਰ ਵੀਜ਼ਾ ਲੱਖ ਰੁਪਈਆ ਲੈਣਾ, 2 ਲੱਖ ਲੈਣਾ, 5 ਲੱਖ ਲੈਣਾ, ਉਹ ਬਿਲਕੁਲ ਸਹੀ ਨਹੀਂ ਹੈਗਾ। ਸੋ ਜੇ ਤੁਸੀਂ ਆਪਣੀ ਸਹੀ ਢੰਗ ਨਾਲ ਫਾਈਲ ਲਾਣਾ ਚਾਹੁੰਦੇ ਹੋ, ਸਹੀ ਕੰਸਲਟੈਂਟ ਕੋਲ ਜਾ ਕੇ ਰਾਏ ਲੈਣਾ ਚਾਹੁੰਦੇ ਹੋ, ਸੋ ਇਹੋ ਜਿਹੇ ਕੰਸਲਟੈਂਟ ਦੀ ਭਾਲ 'ਚ ਕਰੋ ਕਿ ਜਿਹਨੇ ਵੀਜ਼ਾ ਲਵਾਇਆ। ਜੇ ਤੁਸੀਂ ਸਾਡਾ ਫੇਸਬੁੱਕ ਪੇਜ ਖੋਲੋ, ਸੋ ਅੱਜ ਦੀ ਡੇਟ 'ਚ ਫੇਸਬੁੱਕ ਪੇਜ ਤੇ ਲਾਈਕਸ, ਸਬਸਕ੍ਰਾਈਬਰਸ ਬਹੁਤ ਜ਼ਿਆਦਾ ਮੈਟਰ ਕਰਦੇ ਆ। ਬਟ ਮੇਰੇ ਹਿਸਾਬ ਨਾਲ ਮੈਟਰ ਜਿਹੜੀ ਚੀਜ਼ ਕਰਦੀ ਹੈ ਕਿ ਕਿੰਨੇ ਵੀਜ਼ੇ ਤੁਸੀਂ ਪਾਏ ਹੋਏ ਆ, ਕਿੰਨੇ ਵੀ ਬੱਚਿਆਂ ਦੇ ਵੀਜ਼ੇ ਦੇ ਵੀਡੀਓ ਤੁਹਾਡੇ ਫੇਸਬੁੱਕ ਪੇਜ ਤੇ ਹੈਗੇ ਆ। ਔਰ ਸਾਡੇ ਫੇਸਬੁੱਕ ਪੇਜ ਤੇ ਅਸੀਂ ਜਦੋਂ 2013-14 'ਚ ਐਕਟਿਵ ਹੋਏ, ਮਤਲਬ ਮੇਰੇ ਹਿਸਾਬ ਨਾਲ ਅਸੀਂ 9,000 ਤੋਂ ਵੀ ਵੱਧ ਵੀਡੀਓਜ਼ ਪਾਏ ਹੋਏ ਆ ਬੱਚਿਆਂ ਦੇ, ਜਿਨ੍ਹਾਂ ਦੇ ਕਈ ਬੱਚੇ ਇੱਦਾਂ ਦੇ ਜਿਹੜੇ ਚਾਹੁੰਦੇ ਨਹੀਂ ਕਿ ਮੈਨੂੰ ਵੀਡੀਓ ਪਾਓ, ਤਾਂ ਇਸ ਕਰਕੇ ਬਹੁਤ ਸਟੂਡੈਂਟ ਇੱਦਾਂ ਦੇ ਵੀਡੀਓਜ਼ ਨਹੀਂ ਪੈਂਦੇ। ਬਟ ਬਹੁਤ ਸਾਰੇ ਵੀਡੀਓਜ਼, 9,000 ਤੋਂ ਵੀ ਵੱਧ ਵੀਡੀਓਜ਼ ਇਹੋ ਜਿਹੇ ਪਏ ਹੋਏ ਆ, ਤੁਸੀਂ ਆਪਣੀ ਪ੍ਰੋਫਾਈਲ ਨਾਲ ਮੈਚ ਕਰ ਸਕਦੇ ਹੋ। ਔਰ ਜੇ ਮੈਂ ਇਸ ਸਾਲ ਦੀ ਗੱਲ ਕਰਾਂ ਤਾਂ ਮਈ ਇਨਟੇਕ ਤੇ ਸਾਡੇ 500 ਕੁ ਵੀਜ਼ੇ ਲੱਗ ਕੇ ਆਏ ਸੀ। ਉਹ 500 ਵੀਜ਼ੇ ਅਸੀਂ ਫੇਸਬੁੱਕ ਤੇ ਔਰ YouTube ਤੇ ਪਾ ਦਿੱਤੇ ਸੀ, ਰੀਸੈਂਟ ਵੀਜ਼ਾਜ਼। ਸੋ ਫੇਸਬੁੱਕ ਪੇਜ ਤੇ ਵੀਜ਼ਾਜ਼ ਹੈਗੇ ਆ, ਸਾਡੇ YouTube ਚੈਨਲ, ਕਿਉਂਕਿ ਅਸੀਂ YouTube ਚੈਨਲ ਲੇਟ ਸ਼ੁਰੂ ਕੀਤਾ, ਉਹਦੇ ਤੇ ਵੀ 2,000 ਤੋਂ ਵੀ ਵੱਧ ਵੀਡੀਓਜ਼ ਹੈਗੇ ਸਟੂਡੈਂਟਸ ਦੇ, ਜਿਨ੍ਹਾਂ ਨੇ ਆਪਣੇ ਵੀਜ਼ੇ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਕਸੈਸਫੁਲੀ ਲਏ। ਸੋ ਇਹ ਚੀਜ਼ ਸਭ ਤੋਂ ਜ਼ਿਆਦਾ ਮੈਟਰ ਕਰੇਗੀ ਕਿ ਮੈਂ ਆਪਣੇ ਆਪ ਟੀਵੀ ਤੇ ਆ ਕੇ ਕਹਾਂ ਕਿ ਮੈਂ ਹਜ਼ਾਰਾਂ ਵੀਜ਼ੇ ਲਵਾਤੇ, ਮੈਂ ਹਜ਼ਾਰਾਂ ਰਿਫਿਊਜ਼ਡ ਕੇਸਿਸ ਦਾ ਵੀਜ਼ਾ ਲਵਾਤਾ, ਉਹਦਾ ਕੋਈ ਮੈਟਰ ਨਹੀਂ ਕਰਦਾ। ਜਦੋਂ ਸਟੂਡੈਂਟ ਵੀਜ਼ਾ ਹੱਥ 'ਚ ਫੜ ਕੇ ਕਹਿੰਦਾ ਹੈ ਕਿ ਮੈਂ ਇਸ ਕੰਸਲਟੈਂਟ ਕੋਲ ਆਇਆ ਔਰ ਇਸ ਕੰਸਲਟੈਂਟ ਨੇ ਮੈਨੂੰ ਸਹੀ ਰਾਏ ਦਿੱਤੀ, ਫਿਰ ਉਹ ਮੈਟਰ ਕਰਦਾ। ਔਰ ਜੇ ਤੁਸੀਂ ਦੇਖੋ ਕਿ ਕਿਸੇ ਪੇਜ ਦੇ ਉੱਤੇ 30, 40, 50 ਵੀਜ਼ੇ, 100 ਵੀਜ਼ੇ ਪਏ ਆ, ਉਹ ਵੀ ਮੈਂ ਕਹਿੰਦਾ ਮੈਂ ਕਿੰਨੇ ਬੱਚੇ ਫੜ ਕੇ ਲੈ ਆਵਾਂਗਾ ਆਪਣੇ ਆਫਿਸ ਜਿਹੜੇ ਇਹ ਗੱਲ ਕਹਿਣਗੇ। ਸੋ ਅਸੀਂ ਇਹ ਚੀਜ਼ ਨਹੀਂ ਕਰਾ ਸਕਦੇ। ਸੋ ਜੈਨੂਇਨ ਤਰੀਕੇ ਵੀਜ਼ਾ ਲਵਾਉਣਾ ਚਾਹੁੰਦੇ ਹੋ, ਫਿਰ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਆਓ। ਸਹੀ ਰਾਏ ਲੈਣਾ ਚਾਹੁੰਦੇ ਹੋ, ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਆਓ। ਤੁਸੀਂ ਸਹੀ ਢੰਗ ਨਾਲ ਰੈਫਰੈਂਸ ਚੈੱਕ ਕਰਨਾ ਚਾਹੁੰਦੇ ਹੋ, ਬੇਸ਼ੱਕ ਕਰੋ, ਫਿਰ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਕੋਲ ਆਓ। ਜੀ, ਸੋ ਜਿਸ ਤਰ੍ਹਾਂ ਸਾਡਾ ਇੱਕ ਖਾਸ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ, ਸਾਡੇ ਉਹਨਾਂ ਸਾਰੇ ਸਟੂਡੈਂਟਸ ਦੇ ਵਾਸਤੇ ਜਿਨ੍ਹਾਂ ਦੇ ਰਿਫਿਊਜ਼ਲਸ ਆਈਆਂ ਹੋਈਆਂ ਨੇ, ਉਹ ਅਪਲਾਈ ਕਰ ਸਕਦੇ ਨੇ। ਇੱਕ ਜੈਨੂਇਨ ਤਰੀਕੇ ਦੇ ਨਾਲ ਤੁਹਾਨੂੰ ਹਮੇਸ਼ਾ ਸੁਜੈਸਟ ਕੀਤਾ ਗਿਆ ਸੀ, ਪ੍ਰੋਪਰ ਗਾਈਡੈਂਸ ਦੇ ਨਾਲ, ਕਿ ਕਿੱਦਾਂ ਤੁਸੀਂ ਆਪਣਾ ਕੈਨੇਡਾ ਜਾਣ ਦਾ ਜਿਹੜਾ ਸੁਪਨਾ ਹੈਗਾ, ਇੱਕ ਸਹੀ ਤਰੀਕੇ ਦੇ ਨਾਲ ਉਹਨੂੰ ਪੂਰਾ ਕਰ ਸਕਦੇ ਹੋ। ਤਾਂ ਜਿਸ ਤਰ੍ਹਾਂ ਜਸਮੀਤ ਸਰ ਨੇ ਦੱਸਿਆ ਵੀ ਹੈ ਵੀ ਬੜੇ ਵੱਡੇ ਸੁਪਨੇ ਨਾ ਆਈ ਥਿੰਕ ਸੋ ਸਟੂਡੈਂਟਸ ਨੂੰ ਦਿਖਾ ਦਿੱਤੇ ਜਾਂਦੇ ਨੇ, ਜਿੱਦਾਂ ਫੀਸ ਆਫਟਰ ਵੀਜ਼ਾ ਵਾਲੀ ਵੀ ਕਿਤੇ ਨਾ ਕਿਤੇ ਰਿਐਲਿਟੀ ਵੀ ਹੈ ਵੀ ਹਾਂਜੀ ਕਿੰਨੇ ਕਿਤੇ ਵੀਜ਼ੇ ਅਸੀਂ ਦੇਖੇ ਲੱਗੇ ਨੇ ਕਿ ਹਾਂਜੀ ਤੁਸੀਂ ਬਾਅਦ ਵਿੱਚ ਪੈਸੇ ਦਈਓ ਤੁਹਾਡਾ ਵੀਜ਼ਾ ਆਏਗਾ। ਸੋ ਇਦਾਂ ਦੇ ਵੈਰੀ ਰੇਅਰ ਸਟੂਡੈਂਟ, ਮੈਨੂੰ ਲੱਗਦਾ ਗਿਣਤੀ ਦੇ ਅਸੀਂ ਵੈਸੇ ਤਾਂ ਬਹੁਤ ਘੱਟ ਹੀ ਦੇਖੇ ਹੋਣਗੇ। ਬਟ ਹਾਂ, ਜਿਨ੍ਹਾਂ ਸਟੂਡੈਂਟਸ ਦਾ ਰਿਫਿਊਜ਼ਲ ਯਾਨੀ ਕਿ ਇੱਕ ਵਾਰੀ ਆਈ, 2 ਵਾਰੀ ਆਈ ਜਾਂ 3 ਵਾਰੀ ਰਿਫਿਊਜ਼ਲ ਹੋਣ ਦੇ ਬਾਵਜੂਦ ਵੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੋਲ ਉਹਨਾਂ ਦਾ ਵੀਜ਼ਾ ਆਇਆ, ਇਹ ਗੱਲ ਤਾਂ ਅਸੀਂ ਕਈ ਵਾਰੀ ਨੋਟ ਕੀਤੀ ਹੈ ਜੀ। ਜਦੋਂ ਵੀ ਅਸੀਂ ਆਫਿਸ ਵਿਜ਼ਿਟ ਕਰਦੇ ਹਾਂ, ਸਟੂਡੈਂਟਸ ਦੇ ਨਾਲ ਗੱਲਬਾਤ ਕਰਦੇ ਹਾਂ। ਐਂਡ YouTube ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਨਾਲ ਦੇ ਨਾਲ ਜੀ ਫੇਸਬੁੱਕ ਪੇਜ ਦੇ ਉੱਤੇ ਤੁਹਾਨੂੰ ਹਰ ਤਰ੍ਹਾਂ ਦੇ ਸਟੂਡੈਂਟਸ ਦਾ ਟੈਸਟੀਮੋਨੀਅਲ ਨਜ਼ਰ ਆਉਂਦਾ ਹੈ, ਜਿਹੜੇ ਵੀ ਸਟੂਡੈਂਟਸ ਖਾਸ ਤੌਰ ਤੇ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈਂਦੇ ਨੇ। ਤੇ ਫਿਲਹਾਲ ਸਾਡਾ ਅੱਜ ਦਾ ਇਹ ਸ਼ੋਅ ਜੀ ਉਹਨਾਂ ਸਾਰੇ ਸਟੂਡੈਂਟਸ ਦੇ ਵਾਸਤੇ ਡੈਡੀਕੇਟ ਕੀਤਾ ਜਾ ਰਿਹਾ ਜਿਨ੍ਹਾਂ ਸਟੂਡੈਂਟਸ ਦੀਆਂ ਰਿਫਿਊਜ਼ਲਸ ਆਈਆਂ ਹੋਈਆਂ ਨੇ। ਉਹਨਾਂ ਨੂੰ ਮੌਕਾ ਮਿਲ ਰਿਹਾ ਕਿ ਤੁਸੀਂ ਘਰ ਬੈਠੇ ਬਿਠਾਏ ਆਨਲਾਈਨ ਸਰਵਿਸ ਜਿਹੜੀ ਹੈਗੀ ਆ ਲੈਂਡਮਾਰਕ ਇਮੀਗ੍ਰੇਸ਼ਨ ਦੀ, ਉਹ ਲੈ ਸਕਦੇ ਹੋ। ਸੋ ਸਰ, ਜਦੋਂ ਹੁਣ ਰਿਫਿਊਜ਼ਲ ਵਾਲੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ, ਰਿਫਿਊਜ਼ਲ ਲੈਟਰ ਦੀ ਜ਼ਰੂਰਤ ਪੈਂਦੀ ਹੈ ਤੁਹਾਨੂੰ? ਬਿਲਕੁਲ। ਕਈ ਵਾਰੀ ਸਟੂਡੈਂਟ ਆ ਜਾਂਦਾ, ਉਹਦੇ ਕੋਲ ਆਪਣਾ UCI ਨੰਬਰ ਨਹੀਂ ਹੁੰਦਾ। ਕਈ ਵਾਰੀ ਸਟੂਡੈਂਟ ਸਾਡੇ ਆਫਿਸ ਵਿਜ਼ਿਟ ਕਰਦਾ, ਉਹਦੇ ਕੋਲ ਰਿਫਿਊਜ਼ਲ ਲੈਟਰ ਨਹੀਂ ਹੁੰਦਾ। ਕਈ ਵਾਰੀ ਲੋਕੀ ਅਸੀਂ 15 ਲੱਖ ਰੁਪਈਆ ਲਾ ਕੇ ਅਸੀਂ ਕੈਨੇਡਾ ਜਾਣਾ ਚਾਹੁੰਦੇ ਹਾਂ। ਔਰ ਅੱਜ ਕੱਲ੍ਹ ਕੇ ਦੌਰ 'ਚ, ਐਂਡਰੋਇਡ ਦੇ ਦੌਰ 'ਚ, ਜਦੋਂ ਗੂਗਲ ਤੇ ਸਾਰੀ ਇਨਫੋਰਮੇਸ਼ਨ ਹੈਗੀ ਹੈ, ਫਿਰ ਵੀ ਅਸੀਂ ਗਲਤ, ਜਿਹਨੂੰ ਕਹਿੰਦੇ ਕੰਸਲਟੈਂਟ ਦੀ ਚੋਣ ਕਰ ਲੈਂਦੇ ਹਾਂ।
ਗਲਤ ਤਰੀਕੇ ਦੀ ਚੋਣ ਕਰ ਲੈਂਦੇ ਆ ਔਰ ਗਲਤ ਇਨਫੋਰਮੇਸ਼ਨ ਨੂੰ ਸੁਣ ਕੇ ਅਸੀਂ ਆਪਣਾ ਵੀਜ਼ਾ ਅਪਲਾਈ ਕਰ ਦਿੰਦੇ ਆ ਔਰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸੋ ਸਾਰੇ ਹੀ ਸਟੂਡੈਂਟਸ ਜਿਹਨੂੰ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਸਿਰਫ ਮੈਂ ਹੀ ਸਹੀ ਢੰਗ ਨਾਲ ਕੰਮ ਕਰਦਾ, ਬਹੁਤ ਸਾਰੇ ਕੰਸਲਟੈਂਟ ਹੈਗੇ ਆ ਜਿਹੜੇ ਸਹੀ ਢੰਗ ਨਾਲ ਕੰਮ ਕਰਦੇ ਆ, ਸਹੀ ਤਰੀਕੇ ਨਾਲ ਕੰਮ ਕਰਦੇ ਆ। ਸਾਨੂੰ ਉਸ ਕੰਸਲਟੈਂਟ ਦੀ ਭਾਲ ਕਰਨੀ ਚਾਹੀਦੀ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਮੇਰਾ ਜਿਹੜਾ ਵੀਜ਼ਾ ਸਕਸੈਸ ਰੇਟ 100% ਹੈ, ਬਿਲਕੁਲ ਨਹੀਂ। ਕੋਈ ਵੀ ਕੰਸਲਟੈਂਟ ਦਾ ਵੀਜ਼ਾ ਸਕਸੈਸ ਰੇਟ 100% ਨਹੀਂ ਹੋ ਸਕਦਾ। ਤੁਸੀਂ ਇਹ ਗੱਲ ਆਪਣੇ ਪੱਲੇ ਬੰਨ੍ਹ ਲਓ, ਕਿਉਂਕਿ 100% ਸਕਸੈਸ ਰੇਟ ਤਾਂ ਵੀਜ਼ਾ ਆਫਿਸਰ ਨਹੀਂ ਕਹਿ ਸਕਦਾ ਕਿ ਮੈਂ 100% ਵੀਜ਼ਾ ਦੇ ਸਕਦਾ, ਕਿਉਂਕਿ ਹਰ ਸਟੂਡੈਂਟ ਨੂੰ ਵੀਜ਼ਾ ਉਹਦੀ ਫਾਈਲ ਤੇ ਮਿਲਣਾ, ਉਹਦੀ ਪ੍ਰੋਫਾਈਲ ਤੇ ਮਿਲਣਾ ਔਰ ਕਿੱਦਾਂ ਉਹਦੀ ਫਾਈਲ ਲੱਗੀ ਹੈ ਉਸ ਚੀਜ਼ ਤੇ ਮਿਲਣਾ। ਮੈਂ ਲੈਣਾ ਕੋਈ ਕੰਸਲਟੈਂਟ ਕਹਿੰਦੇ ਕਿ ਸਾਡੇ ਕੋਲ ਆਓ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਔਰ ਸਾਡੇ ਕੋਲ ਸਾਰੇ ਵੀਜ਼ੇ ਲੱਗਦੇ ਆ। ਇੱਦਾਂ ਨਹੀਂ ਹੋ ਸਕਦਾ, ਬਿਲਕੁਲ ਵੀ ਨਹੀਂ ਹੋ ਸਕਦਾ। ਔਰ ਜੇ 500 ਫਾਈਲ 'ਚ 5 ਵੀਜ਼ੇ ਲਵਾ ਵੀ ਦਿੱਤੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਉਹਨੂੰ ਅਸੀਂ ਤੁੱਕਾ ਕਵਾਂਗੇ, ਉਹਨੂੰ ਅਸੀਂ ਵੀਜ਼ਾ ਸਕਸੈਸ ਰੇਟ ਨਹੀਂ ਕਹਿ ਸਕਦੇ। ਸੋ ਸਾਰੇ ਹੀ ਸਟੂਡੈਂਟਸ ਜਿਹੜੇ ਵੀ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਲਈ ਵੱਡੀ ਇਨਫੋਰਮੇਸ਼ਨ ਆਈ। ਪਿਛਲੇ ਵਾਰੀ ਵੀ ਅਸੀਂ ਮੈਂ ਸ਼ੇਅਰ ਕੀਤੀ ਕਿ ਵੱਡੀ ਇਨਫੋਰਮੇਸ਼ਨ ਕੈਨੇਡਾ ਹਾਈ ਕਮਿਸ਼ਨ ਨੇ ਇਹ ਦਿੱਤੀ ਕਿ ਤੁਸੀਂ ਆਪਣੀ ਫਾਈਲ ਬਿਲਕੁਲ ਲਗਵਾ ਸਕਦੇ ਹੋ। ਤੁਹਾਡੇ ਬਾਇਓਮੈਟ੍ਰਿਕ ਪੈਂਡਿੰਗ ਹੈ, ਕੋਈ ਪ੍ਰੋਬਲਮ ਨਹੀਂ ਹੈ। ਤੁਹਾਡਾ ਮੈਡੀਕਲ ਪੈਂਡਿੰਗ ਹੈ, ਕੋਈ ਪ੍ਰੋਬਲਮ ਨਹੀਂ ਹੈ। ਜਾਂ ਤੁਹਾਡੀ ਫਾਈਲ 'ਚ ਜੇ ਕੋਈ ਵੀ ਡਾਕੂਮੈਂਟ ਪੈਂਡਿੰਗ ਹੈ ਤਾਂ ਤੁਹਾਨੂੰ ਰਿਫਿਊਜ਼ਲ ਨਹੀਂ ਦਿੱਤੀ ਜਾਏਗੀ। ਰਿਫਿਊਜ਼ਲ ਕਿਉਂ ਨਹੀਂ ਦਿੱਤੀ ਜਾਏਗੀ? ਤੁਹਾਨੂੰ ਫੋਨ ਕੀਤਾ ਜਾਏਗਾ, ਤੁਹਾਨੂੰ ਰਿਕੁਐਸਟ ਲੈਟਰ ਭੇਜੀ ਜਾਏਗੀ ਕਿ ਆਪਣਾ ਡਾਕੂਮੈਂਟ ਦਿਓ, ਤਾਂ ਹੀ ਤੁਹਾਡੀ ਫਾਈਲ ਤੇ ਡਿਸੀਜਨ ਆਏਗਾ। ਮੇਰੇ ਇਸ ਇੰਡਸਟਰੀ 'ਚ 13 ਸਾਲ ਦੇ ਕਰੀਅਰ ਵਿੱਚ ਅੱਜ ਤੱਕ ਇੱਦਾਂ ਕਦੀ ਵੀ ਕਿਸੇ ਵੀ ਹਾਈ ਕਮਿਸ਼ਨ ਨੇ ਨਹੀਂ ਕਿਹਾ, ਕਦੀ ਵੀ ਕਿਸੇ ਵੀ ਹਾਈ ਕਮਿਸ਼ਨ ਨੇ ਇਹ ਨਹੀਂ ਕਿਹਾ ਕਿ ਤੁਸੀਂ ਆਪਣੀ ਫਾਈਲ ਸਬਮਿਟ ਕਰੋ, ਜੇ ਡਾਕੂਮੈਂਟ ਪੈਂਡਿੰਗ ਹੈ ਤਾਂ ਅਸੀਂ ਮੰਗਾਂਗੇ। ਇੱਦਾਂ ਕਦੀ ਨਹੀਂ ਹੋਇਆ। ਹਮੇਸ਼ਾ ਹੀ ਇੱਦਾਂ ਹੁੰਦਾ ਜੇ ਬੱਚੇ ਦੀ ਫਾਈਲ 'ਚ ਕੋਈ ਡਾਕੂਮੈਂਟ ਪੈਂਡਿੰਗ ਹੈ ਤਾਂ ਉਹਨੂੰ ਰਿਫਿਊਜ਼ਲ ਦੇ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਰੀਫਾਈਲਿੰਗ ਕਰਦਾ। ਸੋ ਪਹਿਲੀ ਵਾਰੀ ਕਿਉਂਕਿ ਕਰੋਨਾ ਵਾਇਰਸ ਕਰਕੇ ਜੇ ਕੋਈ ਡਾਕੂਮੈਂਟ ਪੈਂਡਿੰਗ ਰਹਿ ਜਾਏਗਾ ਬੱਚੇ ਦਾ ਤਾਂ ਬੱਚਾ ਆਪਣੀ ਫਾਈਲ ਸਬਮਿਟ ਕਰ ਸਕਦਾ। ਸੋ ਪਿਛਲੀ ਵਾਰੀ ਮੈਂ ਕਿਹਾ ਸੀ ਸਾਨੂੰ ਕਿਊ 'ਚ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਕਿਊ 'ਚ ਨਹੀਂ ਲੱਗਾਂਗੇ ਤਾਂ ਸਾਡਾ ਵੀਜ਼ਾ ਨਹੀਂ ਆਏਗਾ। ਸੋ ਜਿਹੜੇ ਬੱਚੇ ਘਰ ਬੈਠੇ ਆ, ਆਈਲੈਟਸ ਕਰਕੇ ਬੈਠੇ ਆ, ਡਿਊਲਿੰਗੋ ਕਰਕੇ ਬੈਠੇ ਆ ਜਾਂ ਸੋਚ ਰਹੇ ਆ ਕਿ ਮੈਂ ਡਿਊਲਿੰਗੋ ਕਰ ਲਾਂ, ਮੇਰੀ ਉਹਨਾਂ ਸਾਰੇ ਸਟੂਡੈਂਟਸ ਨੂੰ ਐਡਵਾਈਸ ਹੈ ਜਿੰਨੀ ਜਲਦੀ ਆਪਣੀ ਫਾਈਲ ਅਸੀਂ ਸਬਮਿਟ ਕਰਾਂਗੇ ਉਸੇ ਟਾਈਮ ਨਾਲ ਹੀ ਰਿਜ਼ਲਟ ਆਏਗਾ। ਸਪੋਜ਼ ਅੱਜ 4 ਮਹੀਨੇ ਦਾ ਵੇਟਿੰਗ ਪੀਰੀਅਡ ਹੈ, ਕੱਲ ਨੂੰ ਵੇਟਿੰਗ ਪੀਰੀਅਡ ਵੱਧ ਵੀ ਸਕਦਾ ਹੈ, ਘਟ ਵੀ ਸਕਦਾ ਹੈ, ਪਰ ਫਿਊਚਰ ਵਿੱਚ ਰਿਜ਼ਲਟਸ ਜ਼ਰੂਰ ਆਣਗੇ। ਜੀ ਹਾਊਸ ਦਾ ਰਿਸਪੌਂਸ ਆਫ ਆਨਲਾਈਨ ਸਟੂਡੈਂਟਸ ਜਿਹੜੇ ਅਪਲਾਈ ਕਰ ਰਹੇ ਨੇ? ਸੀ ਕੁਝ ਸਟੂਡੈਂਟ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਜਦੋਂ ਸਾਡਾ ਸ਼ੋਅ ਦੇਖਦੇ ਆ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਹ ਜ਼ਰੂਰ ਅਪਲਾਈ ਕਰਦੇ ਆ। ਕੁਝ ਸਟੂਡੈਂਟ ਕਨਫਿਊਜ਼ ਹੈ ਕਿ ਮੈਂ ਅਪਲਾਈ ਕਰਾਂ ਨਾ ਕਰਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕਡਾਊਨ 80% ਖੁੱਲ੍ਹ ਚੁੱਕੇ ਹੈ। ਸਵੇਰੇ 5 ਤੋਂ ਲੈ ਕੇ 9 ਵਜੇ ਤੱਕ ਅਸੀਂ ਕੰਮ ਕਰ ਸਕਦੇ ਹਾਂ। ਸਾਰੀਆਂ ਚੀਜ਼ਾਂ ਓਪਨ ਹੋ ਰਹੀਆਂ। ਜੇ ਕਰੋਨਾ ਵਾਇਰਸ ਜਾਏ ਚਾਹੇ ਕਰੋਨਾ ਵਾਇਰਸ ਰਹੇ, ਸਾਨੂੰ ਕੰਮ ਕਰਨੇ ਪੈਣੇ ਆ। ਜੇ ਤੁਸੀਂ ਕੈਨੇਡਾ ਜਾਣ ਬਾਰੇ ਸੋਚਿਆ, ਕੈਨੇਡਾ ਕਹਿਣਾ ਮੈਂ ਕੈਨੇਡਾ ਜਾਣ ਬਾਰੇ ਸੋਚਿਆ, ਤਾਂ ਤੁਹਾਨੂੰ ਅਪਲਾਈ ਕਰਨਾ ਪੈਣਾ। ਘਰ ਬੈਠੇ ਤੁਸੀਂ ਕੈਨੇਡਾ ਨਹੀਂ ਪਹੁੰਚ ਪਾਣਾ, ਕਿਉਂਕਿ ਉਹਦੇ ਲਈ ਸਾਨੂੰ ਆਫਰ ਲੈਟਰ ਵੀ ਅਪਲਾਈ ਕਰ ਲਈ ਪੈਣੀ ਹੈ, ਉਹਦੇ ਲਈ ਟਿਊਸ਼ਨ ਫੀਸ ਵੀ ਦੇਣੀ ਪੈਣੀ ਹੈ, ਉਹਦੇ ਲਈ GIC ਅਕਾਊਂਟ ਵੀ ਖੁਲਾਉਣਾ ਪੈਣਾ ਔਰ GIC ਦੀ ਫੀਸ ਵੀ ਦੇਣੀ ਪੈਣੀ ਹੈ। ਸੋ ਜੇ ਕੋਈ ਕੰਸਲਟੈਂਟ ਕਹਿੰਦਾ ਕਿ ਆਫਰ ਲੈਟਰ ਤੋਂ ਬਿਨਾਂ ਹੀ ਵੀਜ਼ਾ ਲਵਾ ਦੇਗਾ ਤਾਂ ਉਹ ਗਲਤ ਕਹਿੰਦਾ। ਜੇ ਕੋਈ ਕੰਸਲਟੈਂਟ ਕਹਿੰਦਾ ਕਿ ਕਾਲਜ ਦੀ ਟਿਊਸ਼ਨ ਫੀਸ ਤੋਂ ਬਿਨਾਂ ਦਿੱਤੇ ਹੀ ਤੁਹਾਡਾ ਵੀਜ਼ਾ ਲੱਗ ਜਾਏਗਾ ਤਾਂ ਉਹ ਗਲਤ ਕਹਿੰਦਾ। ਜੇ GIC ਦਿੱਤੇ ਬਿਨਾਂ ਹੀ ਤੁਹਾਡਾ ਵੀਜ਼ਾ ਲੱਗ ਜਾਏਗਾ ਤਾਂ ਉਹ ਬਿਲਕੁਲ ਗਲਤ ਕਹਿੰਦਾ। ਸੋ ਬਿਲਕੁਲ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਹ ਰੂਲਸ ਐਂਡ ਰੈਗੂਲੇਸ਼ਨ ਸਟੈਪ ਫੋਲੋ ਕਰਨੇ ਪੈਣੇ ਆ ਔਰ ਜੇ ਰੂਲਸ ਐਂਡ ਰੈਗੂਲੇਸ਼ਨ ਆਪਾਂ ਸਟੈਪ ਫੋਲੋ ਕਰਨੇ ਆ ਤਾਂ ਸਾਨੂੰ ਆਪਣਾ ਕੇਸ ਅਪਲਾਈ ਕਰਨਾ ਪੈਣਾ। ਸੋ ਸਾਰੀ ਦੁਨੀਆ ਨੂੰ ਇਹ ਚੀਜ਼ ਸਮਝ ਆ ਗਈ ਹੈ, ਚਾਹੇ ਦਵਾਈ ਆਏ ਕਰੋਨਾ ਵਾਇਰਸ ਦੀ ਚਾਹੇ ਨਹੀਂ ਆਏ, ਸਾਨੂੰ ਆਪਣੇ ਘਰ ਕੰਮ ਕਰਨੇ ਪੈਣੇ ਆ। ਘਰ ਬੈਠ ਕੇ ਕੰਮ ਨਹੀਂ ਹੋਣੇ, ਬਟ ਪ੍ਰੀਕਾਸ਼ਨਸ ਲੈਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਮੈਂ ਗੱਲ ਕਰ ਰਿਹਾ ਕਿ ਆਉਣ ਵਾਲਾ ਇਨਟੇਕ ਹੈ ਸਪਟੈਂਬਰ ਔਰ ਸਪਟੈਂਬਰ ਇਨਟੇਕ ਦੇ ਵਿੱਚ ਵੀਜ਼ੇ ਦਿੱਤੇ ਜਾਣਗੇ, ਬਿਲਕੁਲ ਵੀਜ਼ੇ ਦਿੱਤੇ ਜਾਣਗੇ, ਕਿਉਂਕਿ ਹਾਈ ਕਮਿਸ਼ਨ ਨੇ ਇਸ ਤੋਂ ਪਹਿਲਾਂ ਇੱਕ ਨਿਊਜ਼ ਦਿੱਤੀ ਕਿ ਸਪਟੈਂਬਰ ਇਨਟੇਕ ਚਾਹੇ ਤੁਸੀਂ ਕੈਨੇਡਾ 'ਚ ਰਹਿ ਕੇ ਆਨਲਾਈਨ ਪੜ੍ਹੋ ਚਾਹੇ ਤੁਸੀਂ ਇੰਡੀਆ 'ਚ ਰਹਿ ਕੇ ਆਨਲਾਈਨ ਪੜ੍ਹੋ, ਸਪਟੈਂਬਰ ਇਨਟੇਕ ਲੱਗੇਗਾ। ਤੇ ਉਹ ਕਿੱਦਾਂ ਲੱਗੇਗਾ? ਉਹ ਉਹਨਾਂ ਬੱਚਿਆਂ ਦੇ ਲੱਗੇਗਾ ਨਾ ਜਿਨ੍ਹਾਂ ਨੂੰ ਵੀਜ਼ਾ ਮਿਲੇਗਾ। ਆਨਲਾਈਨ ਕਲਾਸਿਸ ਲਈ ਵੀ ਸਾਨੂੰ ਵੀਜ਼ਾ ਚਾਹੀਦਾ। ਸੋ ਵੀਜ਼ਾ ਨਹੀਂ ਲੱਗਾ ਹੋਏਗਾ ਤਾਂ ਸਪਟੈਂਬਰ ਇਨਟੇਕ ਕਿੱਦਾਂ ਲੱਗੇਗਾ? ਔਰ ਸਪਟੈਂਬਰ ਇਨਟੇਕ ਕੈਨੇਡਾ ਦਾ ਨਹੀਂ, ਪੂਰੀ ਦੁਨੀਆ 'ਚ ਸਭ ਤੋਂ ਵੱਡਾ ਇਨਟੇਕ ਹੁੰਦਾ।
ਸਭ ਤੋਂ ਵੱਡਾ ਇਨਟੇਕ ਸਪਟੈਂਬਰ ਇਨਟੇਕ ਹੁੰਦਾ, ਤੁਸੀਂ ਕਹਿ ਲਓ 2.5 ਲੱਖ ਬੱਚਾ ਸਿਰਫ ਸਪਟੈਂਬਰ ਇਨਟੇਕ 'ਚ ਹੀ ਪੜਨ ਜਾਂਦਾ ਸੀ ਕੈਨੇਡਾ 'ਚ। ਔਰ ਅੱਜ ਦੀ ਡੇਟ 'ਚ ਕੈਨੇਡਾ ਦੇ ਵੀਜ਼ਾ ਲੱਗਣੇ ਸ਼ੁਰੂ ਹੋਣਗੇ ਔਰ ਸਾਨੂੰ ਪੋਜ਼ਿਟਿਵ ਰਹਿਣਾ ਪਏਗਾ। ਅਸੀਂ ਇਹ ਨਹੀਂ ਸੋਚਦੇ ਵੀਜ਼ਾ ਨਹੀਂ ਆ ਰਿਹਾ, ਆਫਰ ਲੈਟਰ ਨਹੀਂ ਆ ਰਹੀ। ਮੈਂ ਕਈ ਵਾਰੀ ਸਟੂਡੈਂਟ ਨੂੰ ਮਿਲਦਾ, ਸਰ ਆਫਰ ਲੈਟਰ ਨਹੀਂ ਆ ਰਹੀ। ਮੈਂ ਤੁਹਾਨੂੰ ਕਹਿ ਸਕਦਾ ਕਿ 24 ਘੰਟੇ ਦੇ ਅੰਦਰ ਅੰਦਰ ਸਰਕਾਰੀ ਕਾਲਜ ਦੀ ਆਫਰ ਲੈਟਰ ਮਿਲੇਗੀ। ਨਾਇਗਰਾ ਕਾਲਜ 24 ਘੰਟੇ 'ਚ ਆਫਰ ਲੈਟਰ ਦੇ ਰਿਹਾ ਹੈ, ਨਾਰਦਰਨ ਕਾਲਜ 24 ਘੰਟੇ 'ਚ ਆਫਰ ਲੈਟਰ ਦੇ ਰਿਹਾ ਹੈ, ਲਾਇਲਿਸਟ ਕਾਲਜ 24 ਘੰਟੇ 'ਚ ਆਫਰ ਲੈਟਰ ਦੇ ਰਿਹਾ ਹੈ। ਤੁਸੀਂ ਅਪਲਾਈ ਕਰੋ, ਤੁਹਾਨੂੰ 24 ਘੰਟੇ 'ਚ ਆਫਰ ਲੈਟਰ ਮਿਲੇਗੀ। ਅੱਜ ਦੀ ਡੇਟ 'ਚ ਮਿਲ ਰਹੀਆਂ, ਜਦੋਂ ਰਸ਼ ਪੈ ਗਿਆ ਤਾਂ ਇਹੀ ਆਫਰ ਲੈਟਰ 24 ਦਿਨਾਂ 'ਚ ਵੀ ਨਹੀਂ ਮਿਲਣੀ। ਸੋ ਸਾਰੇ ਸਟੂਡੈਂਟਸ ਨੂੰ ਇਹ ਗੱਲ ਜ਼ਰੂਰ ਬਿਲਕੁਲ ਜਾਣ ਲੈਣੀ ਚਾਹੀਦੀ ਹੈ ਕਿ ਅੱਜ ਸਹੀ ਸਮਾਂ ਹੈ। ਅੱਜ ਕਾਲਜਸ ਡਿਸਕਾਊਂਟਸ ਦੇ ਰਹੇ ਨੇ। ਅਲਗੋਮਾ ਯੂਨੀਵਰਸਿਟੀ ਸਾਨੂੰ ਕਹਿ ਰਹੀ ਹੈ ਕਿ $2000 ਅੰਡਰ ਗ੍ਰੈਜੂਏਟ 'ਚ, ਪੋਸਟ ਗ੍ਰੈਜੂਏਟ $3000 ਦੀ ਸਕਾਲਰਸ਼ਿਪ। ਯੂਨੀਵਰਸਿਟੀ ਕੈਨੇਡਾ ਵੈਸਟ ਕਹਿ ਰਹੀ ਹੈ $2000 ਦੀ ਸਕਾਲਰਸ਼ਿਪ। ਸੋ ਬਹੁਤ ਸਾਰੇ ਇਦਾਂ ਦੇ ਕਾਲਜਸ ਕਹਿ ਰਹੇ ਆ ਕਿ ਤੁਸੀਂ ਜਦੋਂ ਸਾਡਾ ਸਪਟੈਂਬਰ ਇਨਟੇਕ ਜੁਆਇਨ ਕਰੋਗੇ, ਚਾਹੇ ਉਹ ਆਨਲਾਈਨ ਹੋਏਗਾ ਚਾਹੇ ਉਹ ਆਫਲਾਈਨ ਹੋਏਗਾ, ਤੁਹਾਨੂੰ ਇੰਨੇ ਪੈਸੇ ਦੀ ਸਕਾਲਰਸ਼ਿਪ ਮਿਲੇਗੀ ਹੀ ਮਿਲੇਗੀ। ਸੋ ਸਾਰੇ ਸਟੂਡੈਂਟਸ ਨੂੰ ਪੈਸੇ ਬਚਾਣੇ ਆ, ਆਨਲਾਈਨ ਪੜ੍ਹਾਈ ਸਟਾਰਟ ਕਰਨੀ ਆ। ਕੈਨੇਡਾ ਜਾਣਾ ਹੈ ਕਿ ਨਹੀਂ ਜਾਣਾ ਇਹ ਬਾਰਡਰ ਖੁੱਲਣ ਤੇ ਹੀ ਪਤਾ ਲੱਗੇਗਾ। ਪਰ ਜਿਵੇਂ ਦੀ ਪੋਜ਼ਿਟਿਵਿਟੀ ਬਣੀ ਹੋਈ ਹੈ ਕਿ ਸਾਡੀਆਂ ਡੋਮੈਸਟਿਕ ਫਲਾਈਟਸ ਚੱਲ ਗਈਆਂ ਨੇ, ਇੰਟਰਨੈਸ਼ਨਲ ਫਲਾਈਟਸ ਵੀ ਚੱਲਣ ਦੀ ਪੂਰੀ ਸੰਭਾਵਨਾ ਹੈ ਬਿਫੋਰ ਸਪਟੈਂਬਰ, ਪੂਰੀ ਸੰਭਾਵਨਾ। ਪਰ ਜੇ ਨਹੀਂ ਵੀ ਚੱਲਣਗੀਆਂ ਕੀ ਫਰਕ ਪੈਂਦਾ? ਅਸੀਂ ਆਨਲਾਈਨ ਪੜ੍ਹਾਈ ਕਰਨੀ ਹੈ, ਚਾਹੇ ਕੈਨੇਡਾ ਬੈਠ ਕੇ ਪੜ੍ਹੀਏ ਤਾਂ ਵੀ ਕਮਰੇ ਦੇ ਅੰਦਰ ਪੜ੍ਹਨਾ, ਚਾਹੇ ਇੰਡੀਆ ਬੈਠ ਕੇ ਪੜ੍ਹੀਏ ਤਾਂ ਵੀ ਕਮਰੇ ਦੇ ਅੰਦਰ ਪੜ੍ਹਨਾ। ਜੇ ਆਨਲਾਈਨ ਪੜ੍ਹਾਈ ਹੋਣੀ ਹੈ ਸਪਟੈਂਬਰ ਇਨਟੇਕ ਦੀ, ਤਾਂ ਸਟੂਡੈਂਟਸ ਨੂੰ ਕੀ ਫਰਕ ਪੈਂਦਾ? ਫਰਕ ਉੱਥੇ ਪਏਗਾ ਕਿ ਸਾਨੂੰ ਵੀਜ਼ਾ ਚਾਹੀਦਾ। ਬਿਲਕੁਲ ਜੀ। ਸੋ ਜਸਮੀਤ ਸਰ, ਜਿੱਦਾਂ ਕਿ ਅਸੀਂ ਰਿਫਿਊਜ਼ਲ ਵਾਲੇ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ ਨਾ, ਇੱਕ ਜਿੱਦਾਂ ਵਿਦਆਊਟ ਆਇਲਟਸ ਦੇ ਨਾਮ ਤੇ ਵੀ ਬੜੇ ਵੀ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੋਏ ਦੇਖੇ ਹੈਗੇ ਨੇ, ਤੇ ਇੱਕ ਕਿ ਹਾਂਜੀ 5.5 ਬੈਂਡ ਜਾਂ 5 ਬੈਂਡ ਦੇ ਨਾਲ ਵੀ ਤੁਸੀਂ ਅਪਲਾਈ ਕਰੋ। ਜਦੋਂ ਨਾਨ ਐਸਡੀਐਸ ਕੈਟਾਗਰੀ ਦੇ ਵਿੱਚ ਅਸੀਂ ਕਾਊਂਟ ਕਰਦੇ ਹਾਂ ਸਟੂਡੈਂਟਸ ਨੂੰ, ਉਹਨਾਂ ਨੇ ਵੀ ਅਪਲਾਈ ਕੀਤਾ, ਉਹਨਾਂ ਦੀਆਂ ਵੀ ਰਿਜੈਕਸ਼ਨਸ ਆ ਗਈਆਂ ਨੇ। ਸੀ ਜਿੱਦਾਂ ਲੋਕਡਾਊਨ ਹੋਇਆ ਕਰੋਨਾ ਵਾਇਰਸ ਕਰਕੇ ਨਾ, ਕੀ ਕਹਿੰਦੇ ਆ, ਬੜੀ ਗਲਤ ਇਨਫੋਰਮੇਸ਼ਨ ਮਾਰਕੀਟ 'ਚ ਫਲੋਟ ਹੋਣੀ ਸ਼ੁਰੂ ਹੋ ਗਈ। ਇਨਫੋਰਮੇਸ਼ਨ, ਜਿਵੇਂ ਸਟੂਡੈਂਟ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਗਲਤ ਇਨਫੋਰਮੇਸ਼ਨ ਫਲੋਟ ਕਰੀਏ। ਸੋ ਗਲਤ ਇਨਫੋਰਮੇਸ਼ਨ ਫਲੋਟ ਹੋਈ ਕਿ ਕੈਨੇਡਾ ਨੇ ਵਿਦਆਊਟ ਆਇਲਟਸ ਕਰਤਾ, ਕੈਨੇਡਾ ਨੇ 5.5 ਬੈਂਡ ਕਰਤੇ, ਕੈਨੇਡਾ ਨੇ 5 ਬੈਂਡ ਕਰਤੇ। ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇੱਦਾਂ ਨਹੀਂ ਹੋਣ ਵਾਲਾ, ਬਿਲਕੁਲ ਨਹੀਂ ਹੋਣ ਵਾਲਾ। ਹਾਂ, ਇਹ ਹੋ ਸਕਦਾ ਕਿ ਕੈਨੇਡਾ 2 ਧਰ ਦੀ ਪ੍ਰੋਫਾਈਲ ਲੈ ਰਿਹਾ ਸੀ, ਇੱਕ ਸੀ SDS 6C 'ਚ, ਦੂਜੀ ਹੈ ਨਾਨ SDS ਜਿਹਨੂੰ ਅਸੀਂ ਕਹਿੰਦੇ ਹਾਂ ਜਨਰਲ। ਸੋ SDS 'ਚ 6C 'ਚ ਵਾਲੇ ਨੂੰ ਵੀਜ਼ਾ ਮਿਲਦਾ ਔਰ ਨਾਨ SDS 'ਚ ਓਵਰਆਲ 6 ਬੈਂਡ ਵਾਲੇ ਨੂੰ ਵੀਜ਼ਾ ਮਿਲਦਾ। ਉਹ ਪਹਿਲਾਂ ਵੀ ਮਿਲ ਰਿਹਾ ਸੀ, ਉਹ ਪਹਿਲਾਂ ਵੀ ਵੀਜ਼ਾ ਮਿਲ ਰਿਹਾ ਸੀ। ਹੁਣ ਇਹ ਹੋ ਸਕਦਾ ਕਿ ਜਿਹੜਾ ਵੀ ਨਾਨ SD ਔਰ ਜਨਰਲ ਕੈਟਾਗਰੀ 'ਚ ਅਪਲਾਈ ਕਰੇਗਾ, ਵੀਜ਼ਾ ਸਕਸੈਸ ਰੇਟ ਵੱਧ ਜਾਏਗਾ। ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦੀ ਪ੍ਰੋਫਾਈਲ ਵੀਕ ਹੈ ਜਾਂ ਜਿਨ੍ਹਾਂ ਦੀ ਪ੍ਰੋਫਾਈਲ ਰਿਫਿਊਜ਼ ਹੋਈ ਹੈ ਪਹਿਲਾਂ, ਉਹਨਾਂ ਵਾਸਤੇ ਇਹ ਮੈਂ ਕਹਿਣਾ ਨਹੀਂ ਚਾਹੁੰਦਾ, ਬਟ ਇਹ ਗੋਲਡਨ ਓਪਰਚੁਨਿਟੀ ਹੈ ਕਿ ਤੁਸੀਂ ਸਪਟੈਂਬਰ ਇਨਟੇਕ ਅਪਲਾਈ ਕਰੋ, ਕਿਉਂਕਿ ਤੁਹਾਡੇ ਕੋਲ ਬਾਇਓਮੈਟ੍ਰਿਕ ਹੈਗਾ, ਤੁਹਾਡੇ ਕੋਲ ਮੈਡੀਕਲ ਹੈਗਾ। ਖਾਸ ਜਿਹੜੇ ਰਿਫਿਊਜ਼ ਸਟੂਡੈਂਟ ਹੈਗੇ ਆ ਉਹਨਾਂ ਲਈ ਇੱਕ ਇਹ ਗੋਲਡਨ ਓਪਰਚੁਨਿਟੀ ਹੈ ਸਪਟੈਂਬਰ ਇਨਟੇਕ 2020, ਕਿਉਂਕਿ ਮੈਨੂੰ ਲੱਗਦਾ ਕਿ ਵੀਜ਼ਾ ਸਕਸੈਸ ਰੇਟ ਰਿਫਿਊਜ਼ ਸਟੂਡੈਂਟ ਦਾ ਬਹੁਤ ਜ਼ਿਆਦਾ ਰਹੇਗਾ, ਵੀਕ ਪ੍ਰੋਫਾਈਲ ਵਾਲਿਆਂ ਦਾ ਬਹੁਤ ਜ਼ਿਆਦਾ ਰਹੇਗਾ ਆਉਣ ਵਾਲੇ ਇਨਟੇਕ 'ਚ। ਬਾਕੀ ਟ੍ਰੈਂਡ ਦੱਸੇਗਾ, ਜਿਵੇਂ ਕਿ ਟ੍ਰੈਂਡ ਮੂਵ ਹੋਏਗਾ, ਵੀਜ਼ਾ ਰਿਜ਼ਲਟਸ ਆਣੇ ਸ਼ੁਰੂ ਹੋਣਗੇ। ਉਹ ਸੀ ਮੈਂ ਹਰ ਰੋਜ਼ ਟੀਵੀ ਤੇ ਆਉਣਾ, ਇਸੇ ਟਾਈਮ ਹਰ ਰੋਜ਼ ਅਸੀਂ ਟੀਵੀ ਤੇ ਆਈਦਾ, ਸਟੂਡੈਂਟਸ ਨਾਲ ਇਨਫੋਰਮੇਸ਼ਨ ਸਾਂਝੀ ਕਰੀਦੀ ਹੈ। ਜਿਵੇਂ ਜਿਵੇਂ ਟ੍ਰੈਂਡ ਚੇਂਜ ਹੁੰਦਾ, ਅਸੀਂ ਸਹੀ ਇਨਫੋਰਮੇਸ਼ਨ ਸਟੂਡੈਂਟ ਨੂੰ ਦੇ ਕੇ ਜਾਈਦੀ ਹੈ। ਸੋ ਸਟੂਡੈਂਟਸ ਜੇ ਸਾਨੂੰ ਫੋਲੋ ਕਰਦੇ ਆ, ਤੁਸੀਂ ਦੇਖਿਆ ਹੋਣਾ ਕਿ ਅਸੀਂ ਬਹੁਤ ਹੀ ਸਟ੍ਰੇਟ ਫਾਰਵਰਡ ਗੱਲ ਕਰੀਦੀ ਹੈ, ਬਿਲਕੁਲ ਸਹੀ ਇਨਫੋਰਮੇਸ਼ਨ ਦੇਣ ਦੀ ਸਾਡੀ ਕੋਸ਼ਿਸ਼ ਹੈਗੀ ਹੈ, ਤਾਂ ਕਿ ਜਿਹੜੇ ਸਟੂਡੈਂਟ ਸਾਡੇ ਮਿਸਗਾਈਡ ਹੋ ਰਹੇ ਹੈ, ਬਹੁਤ ਹੀ ਆਕਰਸ਼ਕ ਐਡਸ ਦੇਖ ਕੇ ਉਹ ਮਿਸਗਾਈਡ ਨਾ ਹੋਣ। ਸੋ ਵਿਦਆਊਟ ਆਇਲਟਸ ਕੈਨੇਡਾ ਬਿਲਕੁਲ ਨਹੀਂ ਹੋਇਆ, 5.5 ਬੈਂਡ ਕੈਨੇਡਾ 'ਚ ਬਿਲਕੁਲ ਨਹੀਂ ਹੋਏ। ਮੈਨੂੰ ਵੀ ਬਹੁਤ ਸਾਰੇ ਫੋਨ ਆ ਚੁੱਕੇ ਆ, ਈਮੇਲਸ ਆ ਚੁੱਕੀਆਂ ਕਿ ਵਿਦਆਊਟ ਆਇਲਟਸ ਕੈਨੇਡਾ ਖੁੱਲ ਗਿਆ ਜੀ, ਬਿਲਕੁਲ ਨਹੀਂ ਖੁੱਲਿਆ ਸੀ। ਜੇ ਤੁਸੀਂ ਡੁਲਿੰਗੋ ਟੈਸਟ ਕਰੋਗੇ, ਉਹਦੇ ਬਾਰੇ ਕੋਈ ਕੈਨੇਡਾ ਦੀ ਵੈਬਸਾਈਟ ਤੇ ਨਹੀਂ ਆਇਆ ਕਿ ਡੁਲਿੰਗੋ ਟੈਸਟ ਉਹ ਐਕਸੈਪਟ ਕਰਨਗੇ, ਬਟ ਅਦਰ ਇੰਗਲਿਸ਼ ਟੈਸਟ ਤਾਂ ਪਹਿਲਾਂ ਵੀ ਐਕਸੈਪਟ ਕਰ ਰਹੇ ਸੀ। PTE ਪਹਿਲਾਂ ਵੀ ਐਕਸੈਪਟ ਕਰ ਰਹੇ ਸੀ, PTE ਦੀ ਫਾਈਲ ਨਾਨ SDS ਕੈਟਾਗਰੀ 'ਚ ਲੱਗਦੀ ਸੀ। ਸੋ ਅਦਰ ਇੰਗਲਿਸ਼ ਟੈਸਟ ਹੈ, ਸੋ ਡੁਲਿੰਗੋ ਵੀ ਅਦਰ ਇੰਗਲਿਸ਼ ਟੈਸਟ ਹੋ ਗਿਆ ਨਾਨ SDS 'ਚ। ਨਾਨ SDS 'ਚ ਤੁਸੀਂ ਆਪਣੀ ਫਾਈਲ ਡੁਲਿੰਗੋ ਕਰਕੇ ਲਗਾ ਸਕਦੇ ਹੋ, ਔਰ ਜਦੋਂ ਤੁਹਾਡੇ ਵੀਜ਼ਾ ਲੱਗਣਗੇ ਜਾਂ ਫਾਈਲਾਂ ਸਬਮਿਟ ਹੋਣਗੀਆਂ ਤਾਂ ਅੰਬੈਸੀ ਨੂੰ ਵੀ ਪਤਾ ਹੈ ਕਿ ਡਿਊ ਟੂ COVID-19, ਡਿਊ ਟੂ ਕਰੋਨਾ ਵਾਇਰਸ ਇਹ ਆਇਲਟਸ ਨਹੀਂ ਦੇ ਪਾਏ, ਆਇਲਟਸ ਦੇ ਐਗਜ਼ਾਮ ਕਿੰਨੇ ਮਹੀਨੇ ਹੀ ਚੱਲ ਨਹੀਂ ਪਾਏ।
ਸੋ ਇਹ ਸਾਰੀ ਚੀਜ਼ ਐਮਬੈਸੀ ਵੀ ਜਾਣਦੀ ਹੈ, ਔਰ ਐਮਬੈਸੀ ਵੀ ਹਰ 10 ਤੋਂ 15 ਦਿਨ ਦੇ ਅੰਦਰ ਕੋਈ ਨਾ ਕੋਈ ਨਿਊਜ਼ ਦੇ ਰਹੀ ਹੈ, ਜਿਹੜੀ ਕਿ ਬੜੀ ਪੋਜ਼ਿਟਿਵ ਆ ਰਹੀ ਹੈ ਕਿ ਬਹੁਤ ਸਾਰੇ ਸਟੂਡੈਂਟਸ ਉਹਨਾਂ ਨੂੰ ਚਾਹੀਦੇ ਨੇ, ਬਹੁਤ ਸਾਰੇ ਵੀਜ਼ਾਸ ਮਿਲਣਗੇ, ਬਹੁਤ ਸਾਰੇ ਚੇਂਜਸ ਲਿਆਏ ਜਾ ਰਹੇ ਨੇ ਸਟੂਡੈਂਟ ਨੂੰ ਹੈਲਪ ਕਰਨ ਲਈ। ਸੋ ਫਿਲਹਾਲ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅੱਜ ਸਾਡੇ ਨਾਲ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਮਿਸਟਰ ਜਸਮੀਤ ਭਾਟੀਆ, ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਤੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ। ਸਾਡੇ ਕਾਫੀ ਟਾਈਮ ਤੋਂ ਇਸ ਇੰਡਸਟਰੀ ਦੇ ਵਿੱਚ ਕਈ ਸਾਡੇ ਸਟੂਡੈਂਟਸ ਜੀ ਜਿਨ੍ਹਾਂ ਦਾ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦੀ ਪੂਰੀ ਟੀਮ ਨੇ ਆਪਣੀ ਹੈਲਪ ਕੀਤੀ ਹੈ, ਮਦਦ ਕੀਤੀ ਹੈ। ਸੋ ਆਪਣੇ ਡਾਕੂਮੈਂਟਸ ਲੈ ਕੇ ਜੀ ਤੁਸੀਂ ਵੀ ਆਨਲਾਈਨ ਅਸੈਸਮੈਂਟ ਜ਼ਰੂਰ ਕਰਵਾ ਸਕਦੇ ਹੋ, ਇਹਨਾਂ ਦੀ ਆਪਣੀ ਕਾਉਂਸਲਿੰਗ ਲੈ ਸਕਦੇ ਹੋ ਤੇ ਨਾਲ ਹੀ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਦੀਆਂ ਆਫਿਸਿਸ ਹੈਗੇ ਨੇ, ਇਹਨਾਂ ਦੀਆਂ ਬ੍ਰਾਂਚਸ ਹੈਗੀਆਂ ਨੇ, ਜਿੱਥੇ ਤੁਸੀਂ ਬਹੁਤ ਜਲਦੀ ਤੁਹਾਨੂੰ ਮੌਕਾ ਮਿਲੇਗਾ ਜੀ ਵਿਜ਼ਿਟ ਕਰਨ ਦਾ ਕਿ ਤੁਸੀਂ ਫੇਸ ਟੂ ਫੇਸ ਵੀ ਇਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰੋ ਤੇ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਸੋ ਲੈਂਡਮਾਰਕ ਇਮੀਗ੍ਰੇਸ਼ਨ ਦਾ YouTube ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਨਾਲ ਹੀ ਜੀ ਇਹਨਾਂ ਦਾ Facebook ਪੇਜ ਜਿੱਥੇ ਕਿ ਤੁਹਾਨੂੰ ਮੌਕਾ ਮਿਲਦਾ ਜੀ ਸਟੂਡੈਂਟਸ ਦੇ ਟੈਸਟੀਮੋਨੀਅਲ ਵੇਖਣ ਦਾ, ਉਹਨਾਂ ਦਾ ਐਕਸਪੀਰੀਅੰਸ ਜਾਣਨ ਦਾ। ਹਾਲਾਂਕਿ ਸਾਡੇ ਸ਼ੋਜ਼ ਦੇ ਵਿੱਚ ਵੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਹੋ ਸਕਦੇ ਨੇ ਜੀ ਅਸੀਂ ਸਟੂਡੈਂਟਸ ਦਾ ਤੁਹਾਡੇ ਰੂਬਰੂ ਕਰੀਏ ਤਾਂ ਕਿ ਤੁਹਾਨੂੰ ਘਰ ਬੈਠੇ ਬਿਠਾਈ ਵੀ ਜਿੱਥੇ ਤਾਂ ਫ੍ਰੀ ਦੀ ਕਾਉਂਸਲਿੰਗ ਮਿਲਦੀ ਹੈ, ਨਾਲ ਹੀ ਸਾਡੇ ਸਟੂਡੈਂਟਸ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਜਾਣਨ ਦਾ ਮੌਕਾ ਮਿਲਦਾ ਹੈ। ਤੇ ਮਿਸਟਰ ਜਸਮੀਤ ਭਾਟੀਆ ਅੱਜ ਸਾਡੇ ਨਾਲ ਸਪੈਸ਼ਲੀ ਅੱਜ ਸਾਡਾ ਇਹ ਪ੍ਰੋਗਰਾਮ ਜੀ ਉਹਨਾਂ ਸਾਰੇ ਸਟੂਡੈਂਟਸ ਦੇ ਵਾਸਤੇ ਅਸੀਂ ਲੈ ਕੇ ਆਏ ਹਾਂ ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ ਜੀ। ਕਿਸੇ ਹੋਰ ਮੁਲਕ ਤੋਂ ਆਈ ਹੋਵੇ ਤਾਂ ਵੀ ਕੋਈ ਕੈਨੇਡਾ ਪ੍ਰੋਬਲਮ ਅਪਲਾਈ ਨਹੀਂ ਕਰ ਹੈ। ਸਕਦੇ ਕਿਸੇ ਵੀ ਤੁਹਾਡੀ ਕੰਟਰੀ ਤੋਂ ਰਿਫਿਊਜ਼ਲ ਆਈ ਹੈ, ਕੈਨੇਡਾ ਤੋਂ ਰਿਫਿਊਜ਼ਲ ਆਈ ਹੈ, ਤੁਸੀਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਅੱਜ ਦੀ ਡੇਟ 'ਚ ਕੈਨੇਡਾ ਕਿਤੇ ਨਾ ਕਿਤੇ ਸਭ ਤੋਂ ਮਨਪਸੰਦ ਲੋਕੇਸ਼ਨ ਬਣ ਚੁੱਕੀ ਹੈ ਪੂਰੀ ਦੁਨੀਆ ਦੀ। ਮੈਂ ਇੰਡੀਆ ਦੀ ਨਹੀਂ ਕਹਿ ਰਿਹਾ, ਪੂਰੀ ਦੁਨੀਆ ਦੀ। ਇੰਡੀਆ, ਪਾਕਿਸਤਾਨ, ਚਾਈਨਾ, ਵੀਅਤਨਾਮ, ਫਿਲੀਪੀਨਸ, ਯੂਰਪ, ਇੱਥੋਂ ਸਾਰੇ ਸਟੂਡੈਂਟ ਕਿੱਥੇ ਪੜ੍ਹਨ ਜਾਣਾ ਚਾਹੁੰਦੇ ਨੇ? ਕੈਨੇਡਾ ਦੇ ਵਿੱਚ। ਜੇ ਤੁਸੀਂ ਦੇਖਿਆ ਹੋਵੇ ਕੋਵਿਡ-19 ਚ USA ਬਹੁਤ ਬੁਰੀ ਤਰ੍ਹਾਂ ਹਿੱਟ ਹੋਇਆ ਔਰ ਸਭ ਤੋਂ ਜ਼ਿਆਦਾ ਦੁਨੀਆ 'ਚ ਕੇਸ ਕਰੋਨਾ ਵਾਇਰਸ ਦੇ USA 'ਚ ਹੋਏ ਔਰ ਕੈਨੇਡਾ ਵਿੱਚ ਇੰਨੇ ਕੇਸਿਸ ਨਹੀਂ ਹੋਏ, ਔਰ ਜੇ ਹੋਏ ਤਾਂ ਬਹੁਤ ਅੱਛੀ ਸੰਭਾਲ ਕੀਤੀ ਗਈ, ਡੈਥ ਰੇਟ ਬਹੁਤ ਹੀ ਘੱਟ ਹੈ ਔਰ ਕੁਝ ਪ੍ਰੋਵਿੰਸ ਇੱਦਾਂ ਦੇ ਹੈਗੇ ਆ ਜਿੱਥੇ ਤਾਂ ਬਿਲਕੁਲ ਹੀ ਕੋਵਿਡ-19 ਦਾ ਇਫੈਕਟ ਨਹੀਂ ਆਇਆ। ਸੋ ਕੈਨੇਡਾ ਬਹੁਤ ਹੀ ਮਨਪਸੰਦ ਲੋਕੇਸ਼ਨ ਹੈ ਕਿਉਂਕਿ ਹਰ ਸਟੂਡੈਂਟ ਜਿਹੜਾ ਕੈਨੇਡਾ ਜਾਂਦਾ ਹੈ ਉਹਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲਦਾ ਔਰ ਵਰਕ ਪਰਮਿਟ ਲੈ ਕੇ ਸਟੂਡੈਂਟ ਸੈਟਲ ਹੋ ਸਕਦਾ ਹੈ। ਸੋ ਸਟੱਡੀ ਟੂ ਸੈਟਲ ਦਾ ਪਰਫੈਕਟ ਐਗਜ਼ਾਮਪਲ ਹੈ ਜੇ ਤੁਸੀਂ ਕੈਨੇਡਾ ਵਿੱਚ ਪੜ੍ਹਾਈ ਕਰਨ ਚਾਹੁੰਦੇ ਹੋ। ਸੋ ਇਸ ਸਟੂਡੈਂਟ ਜੇ ਕੈਨੇਡਾ ਅਪਲਾਈ ਕਰਨਾ ਚਾਹੁੰਦਾ, ਸੋ ਜਿਹੜੇ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ, ਸੋ ਆਉਣ ਵਾਲੇ ਇਨਟੇਕ ਜਿਹੜੇ ਹੈਗੇ ਆ ਉਹ ਸਪਟੈਂਬਰ ਔਰ ਜਨਵਰੀ ਇਨਟੇਕ ਹੈ, ਅੱਜ ਦੀ ਡੇਟ 'ਚ ਓਪਨ ਹੈ। ਕਾਫੀ ਸਾਰੇ ਕਾਲਜਸ ਆਫਰ ਲੈਟਰ ਤੇ ਵੇਵਰ ਦੇ ਰਹੇ ਨੇ। ਸਾਡੇ ਦਿੱਤੇ ਗਏ ਨੰਬਰ ਤੇ ਕਾਲ ਕਰੋ, ਨਹੀਂ ਤਾਂ ਤੁਸੀਂ ਮੇਰੇ ਨਾਲ ਪਰਸਨਲ ਅਸੈਸਮੈਂਟ ਕਰਾ ਸਕਦੇ ਹੋ। info@landmarkimmigration ਈਮੇਲ ਤੇ ਆਪਣੀ ਪ੍ਰੋਫਾਈਲ ਭੇਜੋ, ਮੈਂ ਪਰਸਨਲੀ ਅਸੈਸ ਕਰਾਂਗਾ ਤੁਹਾਡੀ ਪ੍ਰੋਫਾਈਲ ਔਰ ਪਰਸਨਲੀ ਤੁਹਾਨੂੰ ਦੱਸਾਂਗਾ ਕਿ ਤੁਹਾਡੀ ਪ੍ਰੋਫਾਈਲ ਤੇ ਕੀ ਕਮੀ ਹੈ, ਕਿਹੜੇ ਕਾਲਜਸ ਲਈ ਤੁਸੀਂ ਐਲੀਜੀਬਲ ਹੋ, ਕਿਹੜੇ ਕੋਰਸ ਤੁਹਾਨੂੰ ਲੈਣੇ ਚਾਹੀਦੇ ਨੇ। ਸੋ ਇਹ ਸਾਰੀ ਜਾਣਕਾਰੀ ਲਈ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਜਾਂ ਫਿਰ ਸਾਡੀ ਈਮੇਲ ਆਈਡੀ info@landmarkimmigration.com ਤੇ ਈਮੇਲ ਕਰੋ। ਪਰ ਸਾਡੇ ਫੇਸਬੁੱਕ ਪੇਜ ਔਰ YouTube ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਅਪਡੇਟਡ ਇਨਫੋਰਮੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਜੀ ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜਸਮੀਤ ਸਰ, ਥੈਂਕ ਯੂ ਸੋ ਮਚ। ਤੇ ਇਸੇ ਦੇ ਨਾਲ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਆਪਣਾ ਖਿਆਲ ਰੱਖੋ, ਵੇਖਦੇ ਰਹੋ ਜੀ ਸਾਡਾ ਇੱਕ ਖਾਸ ਪ੍ਰੋਗਰਾਮ ਜੋ ਸਿਰਫ ਤੇ ਸਿਰਫ ਸਾਡੇ ਵਿਦਿਆਰਥੀਆਂ ਦੇ ਵਾਸਤੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਖਾਸ ਤੌਰ ਤੇ ਉਹਨਾਂ ਸਾਰੇ ਦਰਸ਼ਕਾਂ ਦੇ ਵਾਸਤੇ ਜਿਹੜੇ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਨੇ। ਧੰਨਵਾਦ। ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ, ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 9914400369। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ, 9914400369।